ਹੈਲੋ ਸਭ ਨੂੰ ਸਤਿ ਸ਼੍ਰੀ ਅਕਾਲ। ਸੋ ਮੈਂ ਦੀਪ ਅਰੋੜਾ, ਡਾਇਰੈਕਟਰ ਮਾਈ ਵੀਜ਼ਾ ਓਵਰਸੀਜ਼, ਕੁਮਾਰ ਮੰਡੀ, ਲੁਧਿਆਣਾ ਤੋਂ। ਸੋ ਅੱਜ ਦਾ ਜਿਹੜਾ ਇੱਕ ਸੈਸ਼ਨ ਹੈ ਆਪਾਂ ਪੰਜਾਬੀ 'ਚ ਕਰਾਂਗੇ ਕਿਉਂਕਿ ਫਰੋਮ ਦ ਲਾਸਟ 4 to 5 ਮੰਥਸ ਆਪਾਂ ਹਿੰਦੀ 'ਚ ਗੱਲ ਕੀਤੀ ਔਰ ਕਾਫੀ ਮੇਰੇ ਫਰੈਂਡਸ ਨੇ ਇਹੀ ਕਿਹਾ ਸੀ ਕਿ ਕੁਝ ਸੈਸ਼ਨ ਜਿਹੜੇ ਹੈਗੇ ਨੇ ਤੁਸੀਂ ਪਲੀਜ਼ ਪੰਜਾਬੀ ਦੇ ਵਿੱਚ ਵੀ ਕਰੋ। ਸੋ ਕਿਉਂਕਿ ਪੰਜਾਬ ਦੀ ਜਨਤਾ ਬਹੁਤ ਪਿਆਰੀ ਜਨਤਾ, ਸਾਡਾ ਲੋਕਲ ਪੰਜਾਬ, तो ਅਸੀਂ ਵੀ ਚਾਹਾਂਗੇ ਕਿ ਜਿਹੜੇ ਮੇਰੇ ਫਰੈਂਡਸ ਨੇ ਜਿਹੜੇ ਐਟਲੀਸਟ ਪੰਜਾਬ 'ਚ ਰਹਿੰਦੇ ਨੇ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਜਿਹੜੀ ਲੈਂਗੁਏਜ ਦੇ ਕਾਰਨ ਕੋਈ ਦਿੱਕਤ ਨਾ ਆਵੇ। ਸੋ ਅੱਜ ਦਾ ਜਿਹੜਾ ਸੈਸ਼ਨ ਹੈ ਇਹ ਬਹੁਤ ਹੀ ਅਵੇਅਰਨੈਸ ਵਾਲਾ ਸੈਸ਼ਨ ਹੈ ਜਿਹਦੇ ਵਿੱਚ ਸਾਡੀ ਇਹੀ ਕੋਸ਼ਿਸ਼ ਹੋਏਗੀ ਕਿ ਜਿਹੜਾ ਮੈਕਸਿਮਮ ਕਾਲਸ ਆਉਂਦੀਆਂ ਨੇ ਜਾਂ ਮੈਕਸਿਮਮ ਕੁਐਰੀਜ਼ ਹੁੰਦੀਆਂ ਨੇ ਕਿ ਕੋਈ ਸਟੂਡੈਂਟ ਮੰਨ ਲਓ ਸ਼ੈਂਗਨ ਕੰਟਰੀ 'ਚ ਪੜ੍ਹ ਰਿਹਾ, ਕੋਈ ਇਟਲੀ ਪੜ੍ਹ ਰਿਹਾ, ਕੋਈ ਸਵਿਟਜ਼ਰਲੈਂਡ 'ਚ ਪੜ੍ਹ ਰਿਹਾ ਜਾਂ ਲਾਤਵੀਆ 'ਚ ਪੜ੍ਹ ਰਿਹਾ, ਪੋਲੈਂਡ 'ਚ ਪੜ੍ਹ ਰਿਹਾ, ਤੇ ਉਹ ਕੈਨੇਡਾ ਜਾ ਕੇ ਪੜ੍ਹਾਈ ਕਿਵੇਂ ਕਰ ਸਕਦੇ ਨੇ ਉਸੇ ਹੀ ਕੰਟਰੀ ਤੋਂ। ਜਾਂ ਕੋਈ ਸਟੂਡੈਂਟ ਮੰਨ ਲਓ ਕਿ ਸਿੰਗਾਪੁਰ ਪੜ੍ਹਨ ਗਿਆ ਜਾਂ ਦੁਬਈ ਪੜ੍ਹਨ ਗਿਆ ਤੇ ਉਸ ਤੋਂ ਬਾਅਦ ਫਿਰ ਉਹ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਵਰਗੇ ਜਿਹੜੇ ਕੰਟਰੀਜ਼ ਨੇ ਉਹਨਾਂ ਵਿੱਚ ਕਿਵੇਂ ਪੜ੍ਹਨ ਜਾ ਸਕਦੇ ਨੇ। ਸੋ ਇੱਕ ਤਾਂ ਇਹਦੇ ਬਾਰੇ ਆਪਾਂ ਗੱਲ ਕਰਨੀ ਕਿਉਂਕਿ ਤੁਹਾਨੂੰ ਲਾਸਟ ਟਾਈਮ ਵੀ ਕਿਹਾ ਸੀ ਮੈਂ ਕਿ ਇਹਦੇ ਬਾਰੇ ਚਰਚਾ ਕਰਾਂਗੇ। ਸੈਕਿੰਡ ਗੱਲ ਕਰਾਂਗੇ ਕਿ ਇਸੇ ਹੀ ਕੰਟਰੀ ਦੇ ਜਿਹੜੇ ਸਟੂਡੈਂਟਸ ਜਾਂ ਵਰਕਰ ਸਪੋਜ਼ ਕੰਮ ਵੀ ਕਰਦੇ ਪਏ ਨੇ, ਵਰਕ ਪਰਮਿਟ ਦੇ ਨੇ, ਤੇ ਉਹ ਵੀ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਦਾ ਟੂਰਿਸਟ ਵੀਜ਼ਾ ਜਾਂ ਵਿਜ਼ਟਰ ਵੀਜ਼ਾ ਕਿਵੇਂ ਲੈ ਸਕਦੇ ਨੇ। ਥੋੜਾ ਜਿਹਾ ਟੈਕਨੀਕਲ ਇਹ ਟੌਪਿਕ ਹੋਏਗਾ, ਮੇਰੇ ਨਾਲ ਰਹੀਓ। ਤੋਂ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਾਂਗੇ ਵਰਡ ਅਪਡੇਟ ਬਾਰੇ ਕਿਉਂਕਿ ਹੁਣ ਆਪਾਂ ਨੂੰ 20 ਮਿੰਟਸ ਮਿਲਦੇ ਨੇ। ਸੋ 2 ਤੋਂ 4 ਮਿੰਟ ਦੇ ਵਿੱਚ ਮੈਂ ਕੋਸ਼ਿਸ਼ ਕਰਾਂਗਾ ਕਿ ਵਰਡ ਅਪਡੇਟ ਨੂੰ ਕਵਰ ਕਰਾਂ। ਉਸ ਤੋਂ ਬਾਅਦ ਫਿਰ ਆਪਾਂ ਜਿਹੜਾ ਆਪਣਾ ਟੌਪਿਕ ਹੈ ਉਹਦੇ ਤੇ ਆਪਾਂ ਆਵਾਂਗੇ। ਸੋ ਜਿਹੜੀ ਆਪਾਂ ਓਮਿਕਰੋਨ ਦੀ ਗੱਲ ਕਰ ਰਹੇ ਸੀ ਕਿ ਦਹਿਸ਼ਤ ਦਾ ਮਾਹੌਲ ਹੈ, ਖਾਸ ਤੌਰ ਤੇ ਸਾਊਥ ਅਫਰੀਕਾ ਤੋਂ ਜਿਹੜਾ ਇਹ ਮਿਊਟੇਸ਼ਨ ਚੱਲਿਆ ਸੀ ਕਿ ਇਹਦਾ ਵੇਰੀਐਂਟ ਲੱਭਣਾ ਮੁਸ਼ਕਿਲ ਹੋ ਗਿਆ। ਬਟ ਥੈਂਕ ਗॉड ਕਿ WHO ਨੇ ਵੀ ਕਿਹਾ ਕਿ ਹਾਲੇ ਪੈਨਿਕ ਹੋਣ ਦੀ ਲੋੜ ਨਹੀਂ ਹੈ। ਜਿਹੜੀ ਵੀ ਕੰਟਰੀਜ਼ ਕੁਝ ਲਾਕਡਾਊਨ ਹੋ ਰਹੀਆਂ ਸੀ ਉਹ ਵੀ ਉਹਨਾਂ ਨੇ ਇਹੀ ਕਿਹਾ ਕਿ ਪਾਰਸ਼ੀਅਲ ਲਾਕਡਾਊਨ ਕਰੋ, ਆਮ ਜੀਵਨ ਤੇ ਕੋਈ ਉਹਦਾ ਜਿਹੜੀ ਲਾਈਫ ਤੇ ਹੈ ਉਹ ਅਸਰ ਨਾ ਹੋਵੇ। ਸੋ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਦੀ ਆਪਾਂ ਗੱਲ ਕਰਦੇ ਹਾਂ। ਪਹਿਲਾਂ ਗੱਲ ਕਰਦੇ ਹਾਂ ਕੈਨੇਡਾ ਦੀ। ਕੈਨੇਡਾ ਦੀ ਜਿਹੜੀ ਫਲਾਈਟਸ ਨੇ, ਨੋ ਡਾਊਟ ਕਿ ਤੁਸੀਂ ਕੈਨੇਡਾ ਜਾ ਸਕਦੇ ਹੋ, ਬਟ ਜਿਹੜੀ ਵੈਕਸੀਨੇਟਡ ਜਿਹੜੇ ਪੈਸੇਂਜਰਸ ਨੇ ਉਹ ਹੀ ਜਾ ਪਾਣਗੇ। ਅਰਾਈਵ ਕੈਨ ਜਿਹੜੀ ਐਪ ਹੈ ਉਹ ਤੁਹਾਨੂੰ ਫਿਲ ਕਰਨੀ ਪੈਂਦੀ ਹੈ। ਉਸ ਤੋਂ ਬਾਅਦ ਤੁਸੀਂ ਜੇ ਪੋਜ਼ਿਟਿਵ ਹੁੰਦੇ ਹੋ ਤਾਂ ਤੁਹਾਨੂੰ ਕੁਆਰੰਟੀਨ ਵੀ ਹੋਣਾ ਪੈਂਦਾ, ਆਈਸੋਲੇਸ਼ਨ ਤੁਹਾਨੂੰ ਜਾਣਾ ਪੈਂਦਾ। ਅਦਰਵਾਈਜ਼ ਤੁਸੀਂ ਕੈਨੇਡਾ ਦੇ ਵਿੱਚ ਵਿਜ਼ਟਰ ਵੀਜ਼ਾ ਤੇ ਜਾ ਸਕਦੇ ਹੋ, ਸਟੱਡੀ ਵੀਜ਼ਾ ਤੇ ਜਾ ਸਕਦੇ ਹੋ, ਵਰਕ ਪਰਮਿਟ ਜਾ ਸਕਦੇ ਹੋ ਜਾਂ ਜਿਹੜੀ ਤੁਹਾਡੀ ਪਰਮਨੈਂਟ ਰੈਜ਼ੀਡੈਂਸੀ ਹੈ ਉਹ ਤੇ ਜਾ ਸਕਦੇ ਹੋ। ਆਸਟ੍ਰੇਲੀਆ ਦੇ ਵਿੱਚ ਤੁਸੀਂ 15 ਦਸੰਬਰ ਤੋਂ ਪਹਿਲਾਂ ਫਲਾਈਟ ਨਹੀਂ ਲੈ ਪਾਓਗੇ। 15th of ਦਸੰਬਰ ਦੇ ਵਿੱਚ ਤੁਸੀਂ ਜਦੋਂ ਉਸ ਤੋਂ ਔਨਵਰਡ ਤੁਸੀਂ ਆਸਟ੍ਰੇਲੀਆ ਜਾ ਪਾਓਗੇ। ਨਿਊਜ਼ੀਲੈਂਡ ਦਾ ਹਾਲੇ ਕੋਈ ਅਪਡੇਟਸ ਨਹੀਂ ਹੈ, ਉਹਨਾਂ ਨੇ ਹਾਲੇ ਆਪਣੇ ਕੋਈ ਵਿਚਾਰ ਨਹੀਂ ਬਣਾਏ। ਬਾਕੀ ਗੱਲ ਕਰੀਏ ਯੂਕੇ ਦੀ, ਤੁਸੀਂ ਜਾ ਸਕਦੇ ਹੋ। ਦੇਖੋ ਸ਼ੈਨਗਨ ਦਾ ਜਿਹੜਾ ਏਰੀਆ ਹੈ ਉਹ ਕੁਝ ਲੈਵਲ ਤੱਕ ਪਾਰਸ਼ਲੀ ਲਾਕਡਾਊਨ ਹੈ, ਜਿਹਦੇ ਵਿੱਚ ਆਸਟਰੀਆ, ਨੀਦਰਲੈਂਡ, ਲਾਤਵੀਆ, ਜਰਮਨੀ, ਚੈਕ ਰਿਪਬਲਿਕ ਔਰ ਪੋਰਤੂਗਲ ਕੁਝ ਪਾਰਸ਼ਲੀ ਲਾਕਡਾਊਨ ਹੋਇਆ। ਬਟ ਘਬਰਾਉਣ ਦੀ ਲੋੜ ਨਹੀਂ ਹੁੰਦੀ। ਹਰ ਕੰਟਰੀ ਚਾਹੁੰਦੀ ਹੈ ਕਿ ਉਹਨਾਂ ਦੇ ਜਿਹੜੇ ਸਿਟੀਜ਼ਨਸ ਨੇ ਉਹ ਉਹਨਾਂ ਦੀ ਹੈਲਥ ਵੱਲ ਪ੍ਰੋਪਰ ਖਿਆਲ ਰੱਖਣ। ਸੋ ਜਿਹੜੀਆਂ ਅਵੇਅਰਨੈਸ ਹੈ ਇਸ ਬਿਮਾਰੀ ਦੇ ਪ੍ਰਤੀ ਉਹ ਜਾਗਰੂਕ ਕਰਾਉਣ ਦੇ ਲਈ ਜਿਹੜੇ ਉੱਥੋਂ ਦੇ ਐਡਮਿਨਿਸਟ੍ਰੇਸ਼ਨ ਦੇ ਲੋਕ ਹੁੰਦੇ ਨੇ ਉਹ ਡੈਫੀਨੇਟਲੀ ਕੀ ਚਾਹੁੰਦੇ ਨੇ ਕਿ ਹੈਲਥ ਤੇ ਕੋਈ ਅਸਰ ਨਾ ਪਵੇ, ਤਾਂ ਪਾਰਸ਼ਲ ਜਿਹੜਾ ਲਾਕਡਾਊਨ ਹੈ ਉਹ ਕੋਈ ਨੁਕਸਾਨਦਾਇਕ ਨਹੀਂ ਹੁੰਦਾ। ਇੰਟਰਨੈਸ਼ਨਲ ਜੀ ਫਲਾਈਟਸ ਨੇ ਉਹ 'ਚ ਕੋਈ ਦਿੱਕਤ ਨਹੀਂ ਆ ਰਹੀ। ਸੋ ਸ਼ੈਨਗਨ 'ਚ ਜਿਹੜੀ ਤੁਹਾਨੂੰ ਕੰਟਰੀ ਬੋਲੀਆਂ ਨੇ ਕੁਝ ਪਾਰਸ਼ਲ ਲਾਕਡਾਊਨ ਹੈ, ਪਰ ਤੁਸੀਂ ਵਿਜ਼ਟਰ ਵੀਜ਼ਾ ਤੇ ਜਾ ਸਕਦੇ ਹੋ, ਸਟੱਡੀ ਵੀਜ਼ਾ ਤੇ ਜਾ ਸਕਦੇ ਹੋ, ਯੂਕੇ ਜਾ ਸਕਦੇ ਹੋ ਐਂਡ ਦੁਬਈ ਜਾ ਸਕਦੇ ਹੋ, ਸਿੰਗਾਪੁਰ ਸਟੱਡੀ ਵੀਜ਼ਾ ਤੇ ਜਾ ਸਕਦੇ ਹੋ। ਟੂਰਿਜ਼ਮ ਤੇ ਹਾਲੇ ਨਾ ਜਾਓ। ਥਾਈਲੈਂਡ, ਮਲੇਸ਼ੀਆ ਹਾਲੇ ਤੁਸੀਂ ਨਹੀਂ ਜਾ ਪਾਓਗੇ। ਸੋ ਓਵਰਆਲ ਜਿਹੜੀ ਮੈਂ 2-3 ਮਿੰਟ ਤੁਹਾਡੇ ਕੋਲ ਲੈਣਾ ਹੁੰਦਾ ਮੈਂ ਕਿ ਆਪਾਂ ਨੂੰ ਐਟਲੀਸਟ ਵਰਡ ਅਪਡੇਟ ਬਾਰੇ ਪਤਾ ਲੱਗੇ। ਓਮਿਕਰੋਨ ਦਾ ਜਿਹੜਾ ਇਫੈਕਟ ਹੈ ਪੂਰੇ ਵਰਲਡ ਦੇ ਵਿੱਚ ਉਹ ਜਿੰਨਾ ਕਿ ਸੋਚਿਆ ਸੀ ਕਿ ਬਹੁਤ ਭਿਆਨਕ ਹੋਏਗਾ ਕਿ ਥਰਡ ਵੇਵ ਦੇ ਨਾਲ ਨੁਕਸਾਨ ਹੋ ਸਕਦਾ ਹੈ, ਬਟ ਨੋ ਡਾਊਟ ਕਿ ਸਾਨੂੰ ਜਿਹੜੀ ਮਾਸਕ ਦਾ ਜਿਹੜਾ ਸੈਂਟਰਲ ਗਵਰਨਮੈਂਟ ਵੱਲੋਂ ਪ੍ਰੋਟੋਕੋਲਸ ਆਉਂਦੀਆਂ ਨੇ, SOPs ਹੁੰਦੀਆਂ ਨੇ, ਉਹਨੂੰ ਫੋਲੋ ਕਰਨਾ ਚਾਹੀਦਾ ਹੈ। ਸੋਸ਼ਲ ਡਿਸਟੈਂਸਿੰਗ ਜਿਹੜੀ ਹੈ ਉਹ ਸਾਨੂੰ ਬਰਕਰਾਰ ਰੱਖਣੀ ਚਾਹੀਦੀ ਹੈ ਐਜ਼ ਪਰ ਨੋਰਮਸ ਆਫ ਗਵਰਨਮੈਂਟ ਆਫ ਇੰਡੀਆ, ਰਾਈਟ। ਸੋ ਹੁਣ ਗੱਲ ਕਰਦੇ ਆਪਾਂ ਕਿ ਜਿਹੜੇ ਮੇਰੇ ਫਰੈਂਡਸ ਸ਼ੈਂਗਨ ਕੰਟਰੀਜ਼ ਦੇ ਵਿੱਚ ਪੜ੍ਹ ਰਹੇ ਨੇ ਜਾਂ ਦੁਬਈ ਦੇ ਵਿੱਚ ਪੜ੍ਹ ਰਹੇ ਨੇ ਜਾਂ ਸਿੰਗਾਪੁਰ ਸਟੱਡੀ ਕਰਨ ਗਏ ਨੇ, क्या वो कैनेडा, आस्ट्रेलिया, न्यूजीलैंड जा सकते हैं।
तो ये ਆਪਾਂ दो लेयर्स की गल करांगे, ये दो फोल्डर के मुताबिक आप गल करांगे। पहला फोल्डर तो है जिन्हां ने इत्थों दी पीजी या मास्टर्स करन जाना है, तो पहला फोल्डर तो उन्होंने है। तो दूजे वो जिन्हां ने ग्रैजुएशन करन जानी है। ये गल बहुत ध्यान नाल समझण वाली है कि दोनों च फर्क की है। देखो मैं तुहानूं एक पहले एक पॉइंट बोलदा कि जिहदे विच बहुत घੱਟ ਜਿਹੜੇ कंसल्टेंट ने वो इन्हां चीज़ां ध्यान दिंदे ने, या ਜਿਹੜੇ क्लाइंट्स ने या ਜਿਹੜੇ स्टूडेंट्स ने वो भी इन्हां चीज़ां ਵੱਲ ਘੱਟ ध्यान दिंदे ने, बट आपां नूं ਇਹਦੇ ਵੱਲ समझण ਦੀ लोड़ है। तो पॉइंट ये है जिहड़ा बहुत इंपॉर्टेंट पॉइंट है, बहुत ध्यान नाल सुनियो। ਜਿਹੜਾ पहले मैं नैगेटिव पॉइंट बोल रहा फिर मैं पॉजिटिव पॉइंट बोलांगा, क्योंकि नाल तुसीं जुड़े हुए हो मेरे, तो मैं चाहना कि पहले पॉइंट ते मैं तुहानूं कुछ अवेयर कर दियां। अवेयरनेस का मकसद ये होता है कि तुसीं किसी पासे फ्रॉड च ना आ जाओ। पहला पॉइंट, मान लो एक स्टूडेंट ने 2010 दे विच +2 की, हुण गल बड़ी ध्यान नाल सुणना। 2010 च +2 की और 2017 दे विच या 18 दे विच उन्होंने शनिगंधा या सिंगापुर का या दुबई का एक स्टडी वीज़ा लै लिया, स्टडी परमिट लै लिया। हुण इहदे भी कोई दो फोल्डर खुलते हैं कि तुसीं डिप्लोमा करन गए हो या डिग्री करन गए हो। आपां ये मान के तुरदे हां कि देखो सिंगापुर और दुबई दे विच मैक्सिमम लोग डिप्लोमा कर जाते हैं, सर्टिफिकेट कोर्स कर जाते हैं। मैक्सिमम लोगों की यही इच्छा होती है कि उत्थे काम कर लईए जाके, या उत्थे कोई आपां नूं वर्क पर मिल जाए और या वापस आके भी सानूं कोई चंगा काम मिल जाए, इसलिए सर्टिफिकेट या डिप्लोमा कोर्स करते हैं। बट ये कोई बहुत वधिया प्रैक्टिस नहीं होती। जे तुसीं डिप्लोमा करके डिप्लोमा कर लैंदे हो, 2010 च +2 की, गल बहुत ध्यान नाल सुनने वाली है। 2010 दे विच +2 की, 2017-18 दे विच तुसीं डिप्लोमा करन चले गए दुबई दे विच या सिंगापुर दे विच। हुण मैनूं स्टूडेंट फोन करे कि सर कि मैं साल का डिप्लोमा कर लिया या 2 साल का डिप्लोमा मैं सिंगापुर तो कर लिया, तो मैनूं सर हुण आस्ट्रेलिया का वीज़ा दवाया जाए, स्टडी वीज़ा। हुण इत्थे एक बहुत वड्डा क्वेश्चन मार्क ये लगता है कि जिहड़ा स्टूडेंट 10 साल या 8 साल की जिहड़ी उन्हें गैप रखिया, देखो सिंगापुर और दुबई कोई इन्ना गैप नूं ज़्यादा इंपॉर्टेंस नहीं देते। उन्होंने हुंदा कि ये एक प्रोफैशनल कंट्री है जिथे प्रोफैशनल लोग आते हैं, पढ़ते भी ने, काम भी करते, क्योंकि हॉस्पिटैलिटी, टूरिज्म, ट्रैवल एंड टूरिज्म की या होटल मैनेजमेंट की इत्थे बहुत वड्डी इंडस्ट्री होंदी है। मैक्सिमम जिहड़े स्टूडेंट होंदे ने वो यही सोचते कि सिंगापुर जाके स्टडी कर लांगे, नाल ही सानूं होटल दे विच कोई जॉब मिल जाएगी, या असीं कोई हॉस्पिटैलिटी का या कोई ट्रैवल एंड टूरिज्म कोर्स कर लांगे, सानूं जॉब मिल जाएगी। बट जदों गल आती है आस्ट्रेलिया दे विच स्टडी वीज़ा लैण दी, स्टडी परमिट लैण दी, और सब तो वड्डी प्रॉब्लम आती है GTE की, दैट इज कॉल्ड जेन्युइन टैंपरेरी एंट्रेंट। सो ये जिहड़ा गेट है ये क्लीयर करना इन्ना आसान नहीं है। मैं पहला वर्ड बोलिया कि जिन्हां ने +2 तो बाद ये सोचा कि असीं 8-10 साल का गैप रख के दुबई या सिंगापुर उत्थे स्टडी करके इफ वी विल गो टू आस्ट्रेलिया, तो दिस इज नॉट पॉसिबल। आई थिंक जी वीडियो की क्वालिटी कोई ज़्यादा ठीक नहीं हो रही है, मुझे लगता है। एम राइट? ब्लड आ रही है आई थिंक, राइट। कुछ टैक्नीकल दिक्कत मेरे ख्याल हो सकती है, थोड़ा जिहा मेरे नाल बियर करना पेगा, क्योंकि जो मेरे साथी ने वो इस चीज़ को दस रहे हैं कि जी वीडियोग्राफी है जी, क्योंकि देखो पहला आई थिंक जी वीडियोग्राफी सी जी मैं लाइव जो हो रहा सी पहले 5-7 मिनट उदों क्लीयर होएगी, हुण शायद थोड़ी जी ब्लड हो गई है। मेरा साथ दियो, क्योंकि खैर आडियो तो मेरे ख्याल दे विच प्रॉपर आती होएगी। सो तुसीं वीडियो की क्वालिटी नूं थोड़ा जिहा इग्नोर कर दियो, और जस्ट मेरी गल जी है वो अगले 5-7 मिनट 10 मिनट सुनो, थानू काफ़ी कुछ ये विचों सीखने मिलेगा कि एक स्टूडेंट जो +2 करता है और 10 साल के गैप तो बाद दुबई या सिंगापुर की सोच के वो आस्ट्रेलिया की गल करता तो वीज़ा नहीं मिलना। ये ध्यान रखियो, ये बहुत इंपॉर्टेंट गल है कि GTE जी क्राइटेरिया है वो मीट नहीं होना। +2 के केसिस मैं गल कर रहा। हाँ, जे सपोज यही स्टूडेंट ने ग्रैजुएशन की है, चाहे 2005 की हो, देखो मैं 2010 तो और 5 साल पिछे लै गया, 2005 के मान लो कर ली ग्रैजुएशन, 10-12-15 साल का गैप भी आ गया, जो कि जस्टिफाइड होना चाहिए। वो स्टूडेंट जाना चाहता है वो एज ए वर्कर किसी कंपनी की काम कर रहा सी, कोई MNC सी जी, कोई मल्टीनेशनल कंपनी सी, ਉਹਦੇ ਵਿੱਚ एज ए उन्हें ब्रांच मैनेजर काम किया, रीजन हैड काम किया, ਉਹਦੇ ਕੋਲ सारे प्रूफ ने मान लो। और 2018 ਦੇ ਵਿੱਚ ਉਹ ਇੱਕ डिग्री कोर्स लैके
ਜੇ ਉਹ ਦੁਬਈ ਪੜ੍ਹਨ ਜਾਂਦਾ ਹੈ ਜਾਂ ਸਿੰਗਾਪੁਰ ਪੜ੍ਹਨ ਜਾਂਦਾ ਹੈ ਜਾਂ ਸ਼ੈਂਗਨ ਕੰਟਰੀ ਪੜ੍ਹਨ ਜਾਂਦਾ ਹੈ, ਫਿਰ ਦੁਨੀਆ ਦੀ ਕੋਈ ਤਾਕਤ ਵੀ ਉਹਨੂੰ ਅੱਗੋਂ ਪੋਸਟ ਗ੍ਰੈਜੂਏਸ਼ਨ ਜਾਂ ਮਾਸਟਰ ਕਰਨ ਦੇ ਵਿੱਚ ਰੁਕਾਵਟ ਨਹੀਂ ਕ੍ਰੀਏਟ ਕਰ ਸਕਦੀ। ਦੇਖੋ ਇਹ ਗੱਲਾਂ ਜਿਹੜੀ ਮੈਂ ਕਰ ਰਿਹਾ ਨਾ, ਇਹ ਬਹੁਤ ਇੰਪੋਰਟੈਂਟ ਹੈ। ਆਮ ਤੌਰ ਤੇ ਮੈਨੂੰ ਤਾਂ ਖਾਸ ਤੌਰ ਤੇ ਇਹੀ ਫੋਨ ਆਉਂਦੇ ਆ ਕਿ ਸਰ ਸਿੰਗਾਪੁਰ ਪਹੁੰਚਾ ਦਿਓ, ਉਸ ਤੋਂ ਬਾਅਦ ਅਸੀਂ ਆਸਟ੍ਰੇਲੀਆ ਚਲੇ ਜਾਵਾਂਗੇ। ਪੋਸੀਬਲ ਨਹੀਂ ਹੁੰਦਾ। ਹਾਂ, ਇਹ ਉਦੋਂ ਹੁੰਦਾ ਜਦੋਂ 2-3 ਸਾਲ ਦਾ ਗੈਪ ਹੋਵੇ, ਕਿਉਂਕਿ ਦੇਖੋ ਆਸਟ੍ਰੇਲੀਆ ਇਜ਼ ਵੈਰੀ ਮਚ ਸਟ੍ਰਿਕਟ। ਉਹਨੇ ਆਪਣੀ GTE ਦਾ ਜਿਹੜਾ ਜੈਨੂਇਨ ਟੈਂਪਰੇਰੀ ਐਂਟਰੈਂਟ ਦਾ ਜਿਹੜਾ ਕ੍ਰਾਈਟੇਰੀਆ ਹੈ ਉਹ ਮੀਟ ਕਰਨਾ ਹੈ। ਇਹ ਨਹੀਂ ਕਰੋ 10 ਸਾਲ ਦਾ ਗੈਪ ਹੋ ਗਿਆ, 15 ਸਾਲ ਦਾ ਗੈਪ ਹੋ ਗਿਆ, +2 ਤੋਂ ਬਾਅਦ ਤੇ ਤੁਹਾਨੂੰ ਆਸਟ੍ਰੇਲੀਆ ਦੇ ਵਿੱਚ ਕਿਸੇ ਯੂਨੀਵਰਸਿਟੀ 'ਚ ਐਡਮਿਸ਼ਨ ਹੋ ਜਾਏਗੀ। ਦੈਟ ਇਜ਼ ਨਾਟ ਪੋਸੀਬਲ। ਸੋ ਇਹ ਚੀਜ਼ਾਂ ਸਮਝਣ ਵਾਲੀਆਂ ਹੁੰਦੀਆਂ ਨੇ। ਹਾਂ, ਤੁਸੀਂ ਗ੍ਰੈਜੂਏਸ਼ਨ ਕੀਤੀ ਹੈ, ਦੈਨ ਯੂ ਆਰ ਮੋਸਟ ਵੈਲਕਮ ਟੂ ਗੋ ਟੂ ਐਨੀ ਕੰਟਰੀ, ਫਿਰ ਕੋਈ ਦਿੱਕਤ ਨਹੀਂ ਹੈ। ਪਰ ਕੋਸ਼ਿਸ਼ ਇਹ ਕਰੋ ਕਿ ਜੇ ਤੁਸੀਂ +2 ਤੋਂ ਬਾਅਦ ਕੋਰਸ ਕਰਨਾ ਚਾਹੁੰਦੇ ਹੋ, ਉਹ ਡਿਗਰੀ ਕੋਰਸ ਲਵੋ, ਉਹ ਕੋਈ ਡਿਪਲੋਮਾ ਨਾ ਹੋਵੇ। ਸ਼ੈਂਗਨ ਕੰਟਰੀ ਦੇ ਵਿੱਚ ਤਾਂ ਮੈਕਸਿਮਮ ਡਿਗਰੀ ਦੇ ਲਈ ਹੀ ਸਟੂਡੈਂਟ ਜਾਂਦੇ ਨੇ। ਸੋ ਸਿੰਗਾਪੁਰ ਦੇ ਵਿੱਚ ਵੀ ਤੁਸੀਂ ਕੋਸ਼ਿਸ਼ ਕਰੋ ਕਿ ਡਿਗਰੀ ਜਾਓ, ਜਦ ਕਿ ਸਿੰਗਾਪੁਰ ਬਹੁਤ ਕਾਸਟਲੀ ਹੈ। ਜੇ ਮੈਂ ਆਮ ਡਿਪਲੋਮਾ ਦੀ ਗੱਲ ਕਰਾਂ ਸਿੰਗਾਪੁਰ ਦੇ ਵਿੱਚ ਤੇ 2.5-3 ਲੱਖ ਦੇ ਵਿੱਚ ਡਿਪਲੋਮਾ ਹੋ ਜਾਂਦਾ, ਪਰ ਡਿਗਰੀ ਦੀ ਕੀਮਤ ਐਟ ਲੀਸਟ 10 ਲੱਖ ਰੁਪਏ ਹੁੰਦੀ ਹੈ, ਜਿਹੜੀ ਕਿ ਕੈਨੇਡਾ ਤੋਂ ਵੀ ਕਾਸਟਲੀ ਹੈ। ਤਾਂ ਕਹਿਣ ਦਾ ਮਕਸਦ ਇਹ ਹੈ ਕਿ ਜਦੋਂ ਤੁਸੀਂ ਆਪਣੀ ਕੁਆਲਿਟੀ ਆਫ ਐਜੂਕੇਸ਼ਨ ਦਾ ਲੈਵਲ ਵਧਾ ਲੈਂਦੇ ਹੋ, ਫਿਰ ਤੁਹਾਨੂੰ ਪੂਰੇ ਵਰਲਡ ਦੇ ਵਿੱਚ ਕੋਈ ਵੀ ਯੂਨੀਵਰਸਿਟੀ, ਕੋਈ ਵੀ ਕਾਲਜ ਨਾ ਨਹੀਂ ਕਰਦਾ। ਤਾਂ ਜ਼ਿਆਦਾ ਹੁਸ਼ਿਆਰੀਆਂ ਜਾਂ ਚਲਾਕੀਆਂ ਨਹੀਂ ਮਾਰ ਸਕਦੇ ਕਿ +2 ਕੀਤੀ ਹੈ, 10 ਸਾਲ ਦਾ ਗੈਪ ਹੈ, ਦੁਬਈ 'ਚ 1 ਸਾਲ ਲਾਵਾਂਗੇ ਤੇ ਆਸਟ੍ਰੇਲੀਆ ਭੱਜ ਜਾਵਾਂਗੇ, ਕੈਨੇਡਾ ਭੱਜ ਜਾਵਾਂਗੇ, ਬਿਲਕੁਲ ਨਹੀਂ ਜਾ ਸਕਦੇ। ਹਾਂ, ਇਹ ਤੁਸੀਂ ਗ੍ਰੈਜੂਏਸ਼ਨ ਕੀਤੀ ਹੈ ਤੇ ਤੁਸੀਂ ਚਾਹੇ 15 ਸਾਲ ਦਾ ਵੀ ਗੈਪ ਹੈ, ਤੁਸੀਂ ਦੁਬਈ ਦੇ ਵਿੱਚ ਡਿਗਰੀ ਕਰਕੇ ਆਏ ਹੋ, ਸਿੰਗਾਪੁਰ 'ਚ ਡਿਗਰੀ ਕਰਕੇ ਆਏ ਹੋ, ਤਾਂ ਤੁਸੀਂ ਕੈਨੇਡਾ ਔਰ ਆਸਟ੍ਰੇਲੀਆ, ਨਿਊਜ਼ੀਲੈਂਡ ਕਿਸੇ ਵੀ ਕੰਟਰੀ ਜਾ ਸਕਦੇ ਹੋ। ਹੁਣ ਕਿਵੇਂ ਜਾ ਸਕਦੇ ਹੋ, ਇਹ ਵੀ ਗੱਲ ਧਿਆਨ ਸੁਣੋ। ਹੁਣ ਜਾਣ ਦੇ ਲਈ ਜਿਹੜੀ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਜੋ ਚੈੱਕਲਿਸਟ ਹੈ, ਫॉर एग्जांपल ਆਪਾਂ ਕੈਨੇਡਾ ਦੀ ਗੱਲ ਕਰਦੇ ਹਾਂ ਕਿਉਂਕਿ ਹੌਟ ਡੈਸਟੀਨੇਸ਼ਨ ਕੰਟਰੀ ਹੈ। ਤੁਹਾਨੂੰ 6.5 ਬੈਂਡ ਨॉन ਲਾਇਸੈਂਸ 6 ਲੈਣੀ ਪੈਣੀ ਹੈ ਚੰਗੇ ਕਾਲਜ, ਯੂਨੀਵਰਸਿਟੀ 'ਚ ਐਡਮਿਸ਼ਨ ਲੈਣ ਦੇ ਲਈ। GIC ਗਰੰਟਿਡ ਇਨਵੈਸਟਮੈਂਟ ਸਰਟੀਫਿਕੇਟ ਲਗਾਣੀ ਪੈਣਾ $10,200 ਦਾ, ਤਾਂ ਫੀ ਆਲਮੋਸਟ $15,000 ਦੇ ਕਰੀਬ ਹੁੰਦੀ ਹੈ। $10,200 ਦਾ GIC ਹੋ ਗਿਆ, ਤਾਂ ਅਪਰੋਕਸੀਮੇਟਲੀ $25,200 ਤੁਹਾਡੇ ਇਹ ਖਰਚਾ ਹੋ ਗਿਆ, ਪਲੱਸ ਜਿਹੜੀ ਆਪਰੇਟਰ ਦੀ ਫੀਸ ਹੋਏਗੀ ਜਾਂ ਵੈਸੇ ਦੀ ਫੀਸ ਹੋਏਗੀ ਜਾਂ ਮੈਡੀਕਲ ਦੇ ਖਰਚੇ ਨੇ ਉਹ ਪਾ ਕੇ, ਜਾਂ ਇੱਕ ਕੰਸਲਟੈਂਟ ਜਿਹੜੀ ਆਪਣੀ ਪਰਸਨਲ ਫੀਸ ਹੁੰਦੀ ਹੈ, ਤੁਹਾਡੇ ਉਹਨਾਂ ਦੇ ਸਰਵਿਸ ਚਾਰਜ ਹੁੰਦੇ ਨੇ, ਉਹ ਦੇ ਕੇ ਤੁਸੀਂ ਇਹ ਕ੍ਰਾਈਟੇਰੀਆ ਨੂੰ ਮੀਟ ਕਰਕੇ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਜਾ ਸਕਦੇ ਹੋ। ਹੁਣ ਕੈਨੇਡਾ ਲਈ ਤਾਂ ਮੈਂ ਦੱਸਤਾ ਕਿ ਤੁਹਾਨੂੰ ਕੋਈ ਪੁਰਾਣੇ ਫੰਡ ਸ਼ੋਅ ਕਰਨ ਦੀ ਲੋੜ ਨਹੀਂ ਹੈ। ਆਸਟ੍ਰੇਲੀਆ ਲਈ ਅਲੱਗ ਰੂਟ ਆ ਉਹਦਾ। ਆਸਟ੍ਰੇਲੀਆ ਲਈ ਤੁਹਾਨੂੰ GTE ਕਵਰ ਕਰਨੀ ਪੈਣੀ ਹੈ, ਤਾਂ ਜੈਨੂਇਨ ਟੈਂਪਰੇਰੀ ਐਂਟਰੈਂਟ ਪੂਰਾ ਕਵਰ ਕਰੋ ਉਹਨਾਂ ਦਾ, COE ਲਵੋ ਤੇ ਆਸਟ੍ਰੇਲੀਆ ਜਾਓ। 10-12 ਲੱਖ ਰੁਪਏ ਫੀਸ ਹੁੰਦੀ ਹੈ ਆਲਮੋਸਟ। 10-12 ਲੱਖ ਰੁਪਏ ਤੁਹਾਨੂੰ 3 ਮਹੀਨੇ ਸ਼ੋਅ ਕਰਨਾ ਪੈਣਾ। ਜੇ ਲੈਵਲ 1 ਚਾਹੁੰਦੇ ਹੋ ਫਿਰ ਤੁਸੀਂ 1 ਦਿਨ ਪੁਰਾਣਾ ਫੰਡ ਵੀ ਸ਼ੋਅ ਕਰ ਸਕਦੇ ਹੋ। ਨਿਊਜ਼ੀਲੈਂਡ ਦੀ ਗੱਲ ਕਰਾਂ ਤਾਂ 6 ਮਹੀਨੇ ਪੁਰਾਣੇ ਫੰਡ ਸ਼ੋਅ ਕਰਨੇ ਪੈਂਦੇ ਨੇ, ਤਾਂ ਉਹ ਇੱਕ ਅਲੱਗ ਤਰੀਕਾ ਹੈ। ਮਤਲਬ ਮੈਂ ਗੱਲ ਕਰ ਰਿਹਾ ਕਿ ਐਲੀਜੀਬਿਲਟੀ ਆਪਣੀ ਬਣਦੀ ਹੈ, ਬਟ ਜਿਸ ਕੰਟਰੀ ਜਾਣਾ ਉਸ ਕੰਟਰੀ ਦੀਆਂ ਜਿਹੜੀਆਂ ਕੰਡੀਸ਼ਨਸ ਨੇ, ਜੋ ਉਹਨਾਂ ਦੀ ਚੈੱਕਲਿਸਟ ਨੇ, ਉਹ ਵੀ ਤੁਹਾਨੂੰ ਫੁੱਲਫਿਲ ਕਰਨੀ ਪੈਣਗੀਆਂ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਸਰ ਸਿੰਗਾਪੁਰ ਦੇ ਵਿੱਚ 3 ਸਾਲ ਤਾਂ ਪੜ੍ਹੀ ਆ ਤੇ ਹੁਣ ਤਾਂ ਕੈਨੇਡਾ ਆਲਮੋਸਟ ਸਾਨੂੰ ਕਰੰਸੀ ਤਾਂ ਆਲਮੋਸਟ ਸੇਮ ਹੀ ਆ, ਚਲੋ ਸਾਨੂੰ ਕੈਨੇਡਾ ਵਾਲੇ ਸਾਨੂੰ ਵੈਲਕਮ ਕਰਨਗੇ। ਐਦਾਂ ਨਹੀਂ ਹੁੰਦਾ। ਤੁਹਾਨੂੰ ਉਹਨਾਂ ਦੀ ਜਿਹੜੀ ਐਜੂਕੇਸ਼ਨਲ ਜਿਹੜੇ ਸਟੈਂਡਰਡ ਨੇ ਉਹ ਮੀਟ ਅਪ ਕਰਨੇ ਪੈਂਦੇ ਨੇ। ਚਲੋ ਇਹ ਤਾਂ ਗੱਲ ਹੋ ਗਈ ਕਿ ਮੈਂ ਦੱਸਿਆ ਸੀ ਕਿ ਜਿਹੜੇ ਸਟੂਡੈਂਟ ਸ਼ੈਂਗਨ, ਦੁਬਈ ਔਰ ਸਿੰਗਾਪੁਰ ਦੇ ਵਿੱਚ ਸਟੱਡੀ ਕਰਦੇ ਨੇ ਉਹ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਕਿਵੇਂ ਜਾ ਸਕਦੇ ਨੇ। ਹੁਣ ਬਿਲਕੁਲ ਪੈਰਲਲ ਇਹਦੇ ਨਾਲ ਹੀ ਕਿ ਜਿਹੜੇ ਉੱਥੇ ਕੰਮ ਕਰਦੇ ਨੇ ਉਹ ਕਿਵੇਂ ਜਾ ਸਕਦੇ ਨੇ, ਇਹ ਵੀ ਬਹੁਤ ਵੱਡਾ ਕੁਐਸਚਨ ਹੁੰਦਾ ਕਿ ਸਰ ਸਾਨੂੰ 3 ਸਾਲ, 4 ਸਾਲ, 5 ਸਾਲ ਕੰਮ ਕਰਦੇ ਹੋ ਗਏ ਨੇ, ਅਸੀਂ ਸਿੰਗਾਪੁਰ ਦੇ ਵਿੱਚ ਸਾਡੇ ਕੋਲ S ਪਾਸ ਹੈ ਜਾਂ E ਪਾਸ ਹੈ ਜਾਂ ਸਿੰਪਲ ਵਰਕ ਪਰਮਿਟ ਹੀ ਹੈ, ਤੇ ਅਸੀਂ ਹੁਣ ਕਿਵੇਂ ਮੂਵ ਕਰੀਏ, ਕਿਵੇਂ ਅਸੀਂ ਟੂਰਿਸਟ ਵੀਜ਼ਾ ਲੈ ਕੇ ਜਾਂ ਵਿਜ਼ਟਰ ਵੀਜ਼ਾ ਲੈ ਕੇ ਅਸੀਂ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਜਾਈਏ। ਕਿਆ ਸਾਨੂੰ ਇੰਡੀਆ ਵਾਪਸ ਆਉਣਾ ਪਏਗਾ? ਕਿਆ ਸਾਨੂੰ ਆਪਣੀ ਹੋਮ ਕੰਟਰੀ ਵਾਪਸ ਆ ਕੇ ਉੱਥੋਂ ਵੀਜ਼ਾ ਲਾਉਣਾ ਪਏਗਾ ਕਿ ਜਿਸ ਕੰਟਰੀ ਦੇ ਵਿੱਚ ਅਸੀਂ ਰਹਿ ਰਹੇ ਹਾਂ ਫਿਲਹਾਲ, ਚਾਹੇ ਟੈਂਪਰੇਰੀ ਬੇਸਿਸ ਤੇ ਹੈ, ਤੇ ਉੱਥੋਂ ਵੀਜ਼ਾ ਲਵਾ ਲਈਏ। ਤਾਂ ਹੁਣ ਗੱਲ ਨਾਲ ਧਿਆਨ ਸੁਣਿਓ। ਜਿਹੜੇ ਤਾਂ ਗਏ ਨੇ ਵਿਜ਼ਟਰ ਵੀਜ਼ਾ ਤੇ, ਚਾਹੇ ਉਹ ਸ਼ੈਂਗਨ ਕੰਟਰੀ ਹੋਵੇ, ਚਾਹੇ ਉਹ ਸਿੰਗਾਪੁਰ ਹੋਵੇ, ਚਾਹੇ ਦੁਬਈ ਹੋਵੇ, ਤਾਂ ਉਹ ਆਪਣੇ ਫਾਈਨੈਂਸ਼ੀਅਲ ਕੰਡੀਸ਼ਨਸ ਦੇ ਬੇਸਿਸ ਤੇ ਕੈਨੇਡਾ ਜਾਣਗੇ। ਇਟਸ ਨਾਟ ਸੋ ਈਜ਼ੀ। ਪਹਿਲੀ ਗੱਲ ਤਾਂ ਇਹ ਹੋ ਗਈ। ਦੂਜੀ ਗੱਲ ਜਿਹੜੀ ਮੇਨ ਗੱਲ ਦੇ ਲਈ ਮੈਂ ਲਾਈਵ ਹੋਇਆ ਸੀ, ਦੂਜੀ ਗੱਲ ਇਹ ਕਿ ਇੱਕ ਪਰਸਨ ਨੂੰ ਮੰਨ ਲਓ 5-7 ਸਾਲ, 2 ਸਾਲ ਹੋ ਗਏ
ਇਹਨਾਂ ਕੰਟਰੀ 'ਚ ਕੰਮ ਕਰਦੇ ਨੂੰ ਤਾਂ ਉਹਨਾਂ ਨੂੰ ਇਹ ਸ਼ੋਅ ਕਰਨਾ ਪਏਗਾ ਕਿ ਅਸੀਂ ਇੱਥੇ ਪ੍ਰੋਪਰਲੀ ਟੈਕਸ ਭਰ ਰਹੇ ਹਾਂ, ਸਾਡੇ ਕੋਲ ਇੰਨਾ ਕੁ ਸਫੀਸ਼ੀਐਂਟ ਅਮਾਉਂਟ ਹੈ ਜਿਹੜਾ ਕਿ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਦੀ ਟੂਰਿਜ਼ਮ ਦੇ ਲਈ ਜਾਂ ਵਿਜ਼ਿਟ ਕਰਨ ਦੇ ਲਈ ਸਾਡੇ ਕੋਲ ਸਫੀਸ਼ੀਐਂਟ ਫੰਡਿੰਗ ਹੈ। ਤੀਸਰੀ ਗੱਲ ਕਿ ਜਿਸ ਇੰਪਲੋਇਰ ਦੇ ਕੋਲ ਤੁਸੀਂ ਕੰਮ ਕਰ ਰਹੇ ਹੋ ਉਹਦਾ NOC ਨੋ ਆਬਜੈਕਸ਼ਨ ਸਰਟੀਫਿਕੇਟ ਨਾਲ ਅਟੈਚ ਕਰਨਾ, ਤਾਂ ਕਿ ਅਸੀਂ ਇੰਨੇ ਦਿਨ ਘੁੰਮਣ ਤੋਂ ਬਾਅਦ ਵਾਪਸ ਆਪਣੀ ਉਸੇ ਕੰਟਰੀ ਜਿੱਥੇ ਤੁਸੀਂ ਕੰਮ ਕਰ ਰਹੇ ਹੋ, ਚਾਹੇ ਉਹ ਸਿੰਗਾਪੁਰ ਹੈ, ਦੁਬਈ ਹੈ, ਚਾਹੇ ਉਹ ਕੋਈ ਵੀ ਸ਼ੈਂਗਨ ਕੰਟਰੀ ਹੈ, ਉੱਥੇ ਅਸੀਂ ਵਾਪਸ ਆਵਾਂਗੇ। ਤਾਂ ਕਹਿਣ ਦਾ ਮਕਸਦ ਇਹ ਹੈ ਕਿ ਜਿਹੜੀ ਚੈੱਕਲਿਸਟ, ਦੇਖੋ ਪਹਿਲਾਂ ਮੈਂ ਚੈੱਕਲਿਸਟ ਦੀ ਗੱਲ ਕੀਤੀ ਸੀ ਸਟੱਡੀ ਵੀਜ਼ਾ ਦੀ, ਕਿ ਤੁਹਾਡੇ ਕੋਲ ਰਿਕੁਆਇਰਡ ਬੈਂਡ ਹੋਣ, ਕੈਨੇਡਾ ਜਾਣਾ 6.5 ਬੈਂਡ ਲਵੋ, 6.5 ਬੈਂਡ ਲਵੋ। ਤੁਸੀਂ ਆਸਟ੍ਰੇਲੀਆ ਜਾਣਾ ਅਗੇਨ 6 ਬੈਂਡ ਹੋਣ, 5.5 ਇੱਕ ਚ ਹੋ ਗਈ, ਕੋਈ ਗੱਲ ਨਹੀਂ। ਨਿਊਜ਼ੀਲੈਂਡ ਵੀ ਤੁਹਾਡੇ ਕੋਲ 6 ਬੈਂਡ ਹੋਣੇ ਚਾਹੀਦੇ ਨੇ। ਹਾਂ, ਫੰਡਿੰਗ ਜਿਹੜੀ ਹੈਗੀ ਹੈ ਜੋ ਚੈੱਕਲਿਸਟ ਪੂਰੇ ਵਰਲਡ ਦੇ ਲਈ ਹੈ ਉਹੀ ਤੁਹਾਡੇ ਲਈ ਹੋਏਗੀ, ਚਾਹੇ ਸਿੰਗਾਪੁਰ ਤੋਂ ਪੜ੍ਹ ਕੇ ਆਏ ਹੋ, ਚਾਹੇ ਦੁਬਈ ਤੋਂ ਪੜ੍ਹ ਕੇ ਆਏ ਹੋ, ਚਾਹੇ ਤੁਸੀਂ ਕਿਸੇ ਸ਼ੈਂਗਨ ਦੇ ਪੋਲੈਂਡ 'ਚ ਬੈਠੇ ਹੋ, ਲਾਤਵੀਆ ਬੈਠੇ ਹੋ, ਪੋਰਤੂਗਲ ਬੈਠੇ ਹੋ, ਸਪੇਨ ਬੈਠੇ ਹੋ। ਇੱਦਾਂ ਹੀ ਜੇ ਤੁਸੀਂ ਵਰਕ ਪਰਮਿਟ ਤੇ ਸਿੰਗਾਪੁਰ ਬੈਠੇ ਹੋ, ਕੰਮ ਕਰ ਰਹੇ ਹੋ, ਦੁਬਈ ਕੰਮ ਕਰ ਰਹੇ ਹੋ, ਤੁਹਾਨੂੰ ਆਪਣੀ ਹੋਮ ਕੰਟਰੀ ਆਉਣ ਦੀ ਲੋੜ ਨਹੀਂ ਹੈ। ਤੁਸੀਂ ਉਸ ਕੰਟਰੀ ਦੇ ਵਿੱਚ ਜਿਹੜੀ ਕੰਟਰੀ ਜਾਣਾ ਚਾਹੁੰਦੇ ਹੋ, ਸਪੋਜ਼ ਤੁਸੀਂ ਸਿੰਗਾਪੁਰ ਦੇ ਵਿੱਚ ਜਿਹੜੀ ਕੈਨੇਡਾ ਦੀ ਐਮਬੈਸੀ ਹੈ ਜਾਂ ਨਿਊਜ਼ੀਲੈਂਡ ਦੀ ਐਮਬੈਸੀ ਹੈ ਜਾਂ ਆਸਟ੍ਰੇਲੀਆ ਦੀ ਐਮਬੈਸੀ ਹੈ, ਉੱਥੇ ਜਾ ਕੇ ਵੀ ਤੁਸੀਂ ਆਪਣੇ ਬਾਇਓਮੈਟ੍ਰਿਕ ਦੇ ਸਕਦੇ ਹੋ। ਦੁਬਈ ਦੇ ਵਿੱਚ ਵੀ ਤੁਸੀਂ ਜਿਹੜੀ ਦੁਬਈ ਦੇ ਵਿੱਚ ਕੈਨੇਡਾ ਦੀ ਐਮਬੈਸੀ ਹੈ ਤਾਂ ਉੱਥੇ ਵੀ ਤੁਸੀਂ ਆਪਣੇ ਬਾਇਓਮੈਟ੍ਰਿਕ ਦੇ ਸਕਦੇ ਹੋ। ਯੂ ਨੀਡ ਨਾਟ ਟੂ ਕਮ ਬੈਕ ਟੂ ਯੂਰ ਹੋਮ ਕੰਟਰੀ। ਤੁਹਾਨੂੰ ਇੰਨਾ ਪੈਸਾ ਵਾਪਸ ਲਾਉਣ ਦੀ ਲੋੜ ਨਹੀਂ ਹੈ। ਬੜਾ ਕਨਫਿਊਜ਼ਨ ਦੀ ਗੱਲ, ਇਹ ਬਹੁਤ ਵੱਡਾ ਕਨਫਿਊਜ਼ਨ ਹੈ। ਆਮ ਤੌਰ ਤੇ ਮੇਰੇ ਫਰੈਂਡਸ ਦੇ ਮਾਈਂਡ ਦੇ ਵਿੱਚ ਜਾਂ ਜਿੰਨੇ ਵੀ ਕਲਾਇੰਟਸ ਹੁੰਦੇ ਨੇ ਉਹ ਕਹਿੰਦੇ ਕਿ ਸਾਨੂੰ ਕਤਰ ਦੇ ਵਿੱਚ 7 ਸਾਲ ਹੋ ਗਏ ਜੀ ਕੰਮ ਕਰਦੇ ਨੂੰ, ਕੈਨੇਡਾ ਜਾਣਾ ਕਿਵੇਂ ਜਾਵਾਂਗੇ, ਸਾਨੂੰ ਇੰਡੀਆ ਆਉਣਾ ਪਏਗਾ ਉੱਥੋਂ ਦੀ ਬਾਇਓਮੈਟ੍ਰਿਕ ਲੈਣ ਦੇ ਲਈ। ਤੋ ਯੂ ਨੀਡ ਨਾਟ ਟੂ ਕਮ ਬੈਕ ਟੂ ਯਰ ਹੋਮ ਕੰਟਰੀ। ਸੋ ਮੈਂ ਜਿਹੜੀ ਗੱਲ ਕਰ ਰਿਹਾ ਸੀ ਕਿ ਵੀ ਮੈਂ ਤੁਹਾਨੂੰ ਦੱਸਾਂਗਾ ਕਿ ਸਟੱਡੀ ਬੇਸਿਸ ਤੇ ਤੁਸੀਂ ਕਿਵੇਂ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਜਾ ਸਕਦੇ ਹੋ, ਤੁਸੀਂ ਵਿਜ਼ਟਰ ਬੇਸਿਸ ਤੇ ਕਿਵੇਂ ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਜਾ ਸਕਦੇ ਹੋ, ਚਾਹੇ ਤੁਸੀਂ ਸਟੱਡੀ ਕਰ ਰਹੇ ਹੋ, ਚਾਹੇ ਤੁਸੀਂ ਕੰਮ ਕਰ ਰਹੇ ਹੋ। ਸੋ डिटेल्स ਤਾਂ ਖੈਰ ਇਸ ਤੋਂ ਬਾਅਦ ਜਿੰਨੇ ਵੀ, देयर आर सो मेनी क्वेश्चंस ਮਾਈਟ ਬੀ ਇਨ ਯਰ ਮਾਈਂਡ, ਤੁਹਾਡੇ ਜਿੰਨੇ ਵੀ ਮਨ ਦੇ ਵਿੱਚ ਕੁਐਸਚਨ ਹੈ ਤੁਸੀਂ ਮੈਨੂੰ ਮੇਰੇ ਨਾਲ ਗੱਲ ਕਰ ਸਕਦੇ ਹੋ। 9815873700 ਮੇਰਾ ਪਰਸਨਲ ਕੰਟੈਕਟ ਨੰਬਰ ਹੈ। ਯੂ ਕੈਨ ਕਾਲ ਮੀ ਬਿਟਵੀਨ 10 to 6, ਸਵੇਰੇ 10 ਤੋਂ ਲੈ ਕੇ ਸ਼ਾਮੀ 6 ਵਜੇ ਤੱਕ ਕਦੀ ਵੀ ਮੇਰੇ ਨਾਲ ਗੱਲ ਕਰ ਸਕਦੇ ਹੋ। ਤੋ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਆਪਾਂ ਕੋਲ 1-2 ਮਿੰਟ ਰਹਿ ਗਏ ਨੇ। ਸੋ ਨੈਕਸਟ ਟਾਈਮ 17th of ਦਸੰਬਰ ਨੂੰ, 17 ਦਸੰਬਰ ਨੂੰ ਆਪਾਂ 5 ਵਜੇ ਦੁਬਾਰਾ ਲਾਈਵ ਹੋਵਾਂਗੇ, ਜਿਹੜਾ ਇੱਕ ਟਾਈਮ ਆਪਾਂ ਨਿਰਧਾਰਿਤ ਕੀਤਾ ਹੋਇਆ ਕਿ ਇਸ ਟਾਈਮ ਦੇ ਵਿੱਚ ਹੀ ਆਪਾਂ ਮਿਲਾਂਗੇ। ਔਰ 20 ਮਿੰਟ ਦੇ ਵਿੱਚ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਉਹਦੇ ਵਿੱਚ ਕੋਈ ਨਾ ਕੋਈ ਇਮੀਗ੍ਰੇਸ਼ਨ ਦੀ ਜਿਹੜੀ ਲੋਕਾਂ ਨੂੰ ਜਿਹੜੀ ਬਹੁਤ ਮੈਕਸਿਮਮ ਦਿੱਕਤਾਂ ਆਉਂਦੀਆਂ ਨੇ ਉਹ ਸੋਲਵ ਕਰੀਏ। ਸੋ ਮੈਨੂੰ ਲੱਗਦਾ ਹੈ ਕਿ ਜਿਹੜੇ ਮੇਰੇ ਫਰੈਂਡਸ ਮੇਰੇ ਨਾਲ ਜੁੜਦੇ ਨੇ, ਸਾਡਾ ਪਹਿਲਾ ਫਰਜ਼ ਹੀ ਹੁੰਦਾ, ਦੇਖੋ ਮਾਈ ਵੀਜ਼ਾ ਦਾ ਪਹਿਲਾ ਫਰਜ਼ ਹੈ ਕਿ ਤੁਹਾਨੂੰ ਅਵੇਅਰ ਕੀਤਾ ਜਾਵੇ, ਤੁਹਾਨੂੰ ਅਸੀਂ ਐਜੂਕੇਟ ਕਰ ਦਈਏ ਕਿ ਜਿੱਥੇ ਅਸੀਂ ਮਾਈ ਵੀਜ਼ਾ ਓਵਰਸੀਜ਼ ਦੇ YouTube ਚੈਨਲ ਤੇ ਤਕਰੀਬਨ 140+ ਵੀਡੀਓਜ਼ ਅਸੀਂ ਅਪਲੋਡ ਕਰਤੀਆਂ ਨੇ। ਸੋ ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ, ਹੁਣ ਜਿਹੜੀ ਸਾਰੀਆਂ ਵੀਡੀਓਜ਼ ਪਾਈਆਂ ਨੇ ਉਹਦੇ ਵਿੱਚ ਕੁਝ ਅਸੀਂ ਛੱਡੇ ਹੀ ਨਹੀਂ, ਚਾਹੇ ਸਟੱਡੀ ਪਰਮਿਟ ਹੋਵੇ, ਚਾਹੇ ਵਿਜ਼ਟਰ ਵੀਜ਼ਾ ਹੋਵੇ, ਟੂਰਿਜ਼ਮ ਹੋਵੇ, PR ਨੂੰ ਵੀ ਅਸੀਂ ਅਵੇਅਰ ਕੀਤਾ, ਲੋਕਾਂ ਨੂੰ ਵਰਕ ਪਰਮਿਟ ਲਈ ਵੀ ਅਵੇਅਰ ਕੀਤਾ। ਅਸੀਂ ਇਹ ਵੀ ਕਿਹਾ ਕਿ ਸਾਡਾ ਜੇ ਕੰਮ ਕਰਨਾ ਚਾਹੁੰਦੇ ਹੋ ਸਾਡਾ ਕੰਮ ਹੀ ਕਰੋ, ट्रेनिंग भी लवो, वो भी फ्री ऑफ कॉस्ट 70% दे देंगे, है ना, अपनी इनकम का। तो बहुत कुछ असी उस वीडियोज़ दे विच दस्या होया। सो नैक्सट टाइम 17 दसंबर शामी 5 बजे मैं एक नवे टॉपिक नाल तुहाडे नाल रूबरू होवांगा। तो तद तक मैनूं दिओ इजाजत। बहुत बहुत धन्नवाद तुहाडा मेरे नाल लाइव होण दे लई। थैंक यू सो मच सर। थैंक यू।